ਬੱਚਿਓ ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਦੇ ਵਿੱਚ ਨੀਲਮ ਰਹੇਜਾ ਵੱਲੋਂ ਤੁਹਾਡਾ ਸਵਾਗਤ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪ੍ਰੇਮ ਪ੍ਰਕਾਸ਼ ਜੀ ਵੱਲੋਂ ਲਿਖੀ ਕਹਾਣੀ ਮਾੜਾ ਬੰਦਾ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ ਦਾ ਪਹਿਲਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਦਾ ਆਲੋਚਨਾਤਮਕ ਸਾਰ ਲਿਖੋ। ਕਹਾਣੀਕਾਰ ਦਾ ਉਸ ਰਿਕਸ਼ਾ ਵਾਲੇ ਨਾਲ ਪੈਸਿਆਂ ਦਾ ਝਗੜਾ ਹੋ ਜਾਂਦਾ ਹੈ ਜਿਸ ਨੂੰ ਉਸ ਦੀ ਪਤਨੀ ਸਬਜ਼ੀ ਮੰਡੀ ਤੋਂ यानी कि उतों अपनी कोठी तक दे 2 रुपए किराया दे करके लियाई सी, तय करके लियाई सी। रिक्शा वाला कोठी नूं दूर दस के उसकी पत्नी दे दिते 2 रुपए वगा के मारदा है। वगा के मारदा मतलब सुट दिंदा है, जिस तो कहानीकार नूं गुस्सा आ जाता है, पर वो रिक्शे वाले नाल सीधी लड़ाई लड़न तो बचदा है। इस पिछों दोवें पति पत्नी कोठी दे अंदर आ जाते तो दोवें पति पत्नी रिक्शा वाले नूं कोठी दे बाहर ही खड़ा देख के बेचैन हो जाते हैं। कहानीकार नूं रिक्शा वाले ਦਾ ਵਾਧੂ ਪੈਸੇ ਮੰਗਣ ਦਾ ਚਲਾਕੀ ਭਰਿਆ ਵਤੀਰਾ ਚੁੱਭਦਾ ਸੀ। ਉਸ ਦੀ ਪਤਨੀ ਉਸ ਤੋਂ ਵੱਧ ਡਰਪੋਕ ਹੈ ਤੇ ਉਹ ਪਤੀ ਅੱਗੇ ਤਰ੍ਹਾਂ ਤਰ੍ਹਾਂ ਦੇ ਵਾਧੂ ਖਰਚਿਆਂ ਦੀਆਂ ਉਦਾਹਰਨਾਂ ਦੇ ਕੇ ਰਿਕਸ਼ਾ ਵਾਲੇ ਨੂੰ ਵਾਧੂ ਪੈਸੇ ਦੇ ਕੇ ਉਸ ਤੋਂ ਖਲਾਸੀ ਪਾਉਣਾ ਚਾਹੁੰਦੀ ਹੈ। ਖਲਾਸੀ ਪਾਉਣ ਮਤਲਬ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਕਹਾਣੀਕਾਰ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਉਹ ਆਪ ਹਰ ਰੋਜ਼ 2.5-3 ਰੁਪਇਆਂ ਦੀਆਂ ਸਿਗਰਟਾਂ ਪੀ ਛੱਡਦਾ ਹੈ, ਪਰ ਉਹ ਉਸ ਗਰੀਬ ਦੇ ਰਵੱਈਏ ਤੋਂ ਖਿਝਿਆ ਪਿਆ ਸੀ। ਉਹ ਉਸ ਨੂੰ ਰਿਕਸ਼ਾ ਵਾਲਿਆਂ ਦੇ ਏਕੇ ਤੋਂ ਵੀ ਡਰਦਾ ਸੀ। ਅੰਤ ਉਹ ਰਿਕਸ਼ਾ ਵਾਲੇ ਨੂੰ ਪੁਲਿਸ ਬੁਲਾਉਣ ਦੀ ਧਮਕੀ ਦੇਣ ਦਾ ਮਨ ਬਣਾਉਂਦਾ ਹੈ, ਪਰ ਇੰਨੇ ਵਿੱਚ ਹੀ ਉਹ ਰਿਕਸ਼ਾ ਵਾਲਾ ਉੱਥੋਂ ਚਲਾ ਜਾਂਦਾ ਹੈ। ਇਹ ਜਾਣ ਕੇ ਉਸ ਦੀ ਪਤਨੀ, ਜਿਸ ਨੇ ਬੇਚੈਨੀ ਤੇ ਘਬਰਾਹਟ ਕਾਰਨ ਧਰਮ ਪੋਥੀ ਦੇ ਪਾਠ ਦਾ ਸਹਾਰਾ ਲਿਆ ਹੋਇਆ ਸੀ, ਉਸ ਧਰਮ ਪੋਥੀ ਨੂੰ ਵਰਾਂਡੇ ਦੀ ਬੰਨੀ ਉੱਤੇ ਰੱਖ ਦਿੰਦੀ ਹੈ। ਦੋਵੇਂ ਪਤੀ ਪਤਨੀ ਲੌਨ ਵਿੱਚ ਕੁਰਸੀਆਂ ਉੱਤੇ ਬੈਠ ਜਾਂਦੇ ਹਨ ਤੇ ਕਹਾਣੀਕਾਰ ਜਿਹੜਾ ਪਤੀ ਪਤਨੀ ਅੱਗੇ ਰਾਤੀ ਸਿਨੇਮੇ ਜਾਣ ਦੀ ਤਜਵੀਜ਼ ਰੱਖਦਾ ਹੈ। ਤਜਵੀਜ਼ ਮਤਲਬ ਉਸ ਨੂੰ ਕਹਿੰਦਾ ਕਿ ਰਾਤ ਨੂੰ ਅਸੀਂ ਪਿਕਚਰ ਦੇਖਣ ਜਾਵਾਂਗੇ, ਪਰੰਤੂ ਪਤਨੀ ਕਹਿੰਦੀ ਹੈ ਕਿ ਉਹ ਰਿਕਸ਼ੇ ਵਾਲੇ ਦੇ 3 ਰੁਪਏ ਪਿੰਗਲਵਾੜੇ ਦੇ ਆਉਣਗੇ ਤੇ 50 ਪੈਸੇ ਜਿਹੜੇ ਉਸਨੇ ਉਸ ਨੂੰ ਵੱਧ ਦੇਣੇ ਸਨ ਅੱਡੇ ਵਾਲੇ ਮੰਗਤੇ ਨੂੰ ਦੇਣਗੇ। ਪਤੀ ਕਹਿੰਦਾ ਹੈ ਕਿ ਉਹ ਘਰ ਦੀ ਮੁਖਤਿਆਰ ਹੈ। ਮੁਖਤਿਆਰ ਮਤਲਬ ਸਾਰਾ ਘਰ ਉਹਦੇ ਹਵਾਲੇ ਹੈ, ਉਹ ਜਿਵੇਂ ਚਾਹੁੰਦੀ ਹੈ, ਜਿਵੇਂ ਉਸਦੀ ਮਰਜ਼ੀ ਹੈ ਉਹ ਉਂਝ ਹੀ ਕਰੇ। ਦੂਜਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਦਾ ਵਿਸ਼ਾ ਕੀ ਹੈ, ਸਪਸ਼ਟ ਕਰੋ। ਇਸ ਦਾ ਉੱਤਰ ਹੈ, ਮਾੜਾ ਬੰਦਾ ਕਹਾਣੀ ਦਾ ਵਿਸ਼ਾ ਸਮਾਜ, ਖਾਸ ਕਰ ਮੱਧ ਸ਼੍ਰੇਣੀ ਦੇ, ਮੱਧ ਸ਼੍ਰੇਣੀ ਮਤਲਬ ਮੀਡੀਓਕਰ ਜਿਹੜੇ ਲੋਕ ਹਨ, ਉਹਨਾਂ ਦੇ ਪਾਤਰਾਂ ਦੇ ਮਾੜੇ ਕਿਰਦਾਰ ਨੂੰ ਪੇਸ਼ ਕਰਨਾ ਹੈ, ਜਿਸ ਅਨੁਸਾਰ ਉਹ ਸੁਭਾਵਿਕ ਤੌਰ 'ਤੇ ਮਾੜਾ ਵਿਹਾਰ ਮਤਲਬ ਉਸਦਾ ਜਿਹੜਾ ਰਵੱਈਆ ਸੀਗਾ ਉਹ ਕੀ ਕਰਦੇ ਹਨ ਜਿਹੜਾ ਉਹਨਾਂ ਦਾ ਵਿਵਹਾਰ ਹੈ ਉਸ ਨੂੰ ਉਹਦੇ ਵਿੱਚ ਪੇਸ਼ ਕੀਤਾ ਗਿਆ ਹੈ। ਕਹਾਣੀ ਵਿੱਚ ਕਹਾਣੀਕਾਰ ਦੀ ਪਤਨੀ ਨੂੰ ਸਬਜ਼ੀ ਮੰਡੀ ਤੋਂ ਕੋਠੀ ਤੱਕ ਰਿਕਸ਼ੇ ਵਿੱਚ ਬਿਠਾ ਕੇ ਲਿਆਉਣ ਵਾਲਾ ਬੰਦਾ ਤੈਅ ਕੀਤੇ 2 ਰੁਪਏ ਲੈਣ ਦੀ ਥਾਂ ਉਹਨਾਂ ਨੂੰ ਵਗਾ ਕੇ ਮਾਰਦਾ ਹੈ। ਇਸ 'ਤੇ ਕਹਾਣੀਕਾਰ ਨੂੰ ਗੁੱਸਾ ਚੜ੍ਹ ਜਾਂਦਾ ਹੈ, ਪਰ ਉਹ ਆਪਣੀ ਫੋਕੀ ਇੱਜ਼ਤ ਦਾ ਖਿਆਲ ਕਰਕੇ ਛੋਟੇ ਬੰਦੇ ਨਾਲ ਝਗੜਾ ਕਰਕੇ ਛੋਟਾ ਨਹੀਂ ਬਣਨਾ ਚਾਹੁੰਦਾ। ਇਸ ਪਿੱਛੋਂ ਦੋਵੇਂ ਪਤੀ ਪਤਨੀ ਕੋਠੀ ਦੇ ਅੰਦਰ ਚਲੇ ਜਾਂਦੇ ਹਨ, ਪਰ ਰਿਕਸ਼ੇ ਵਾਲੇ ਨੂੰ ਬਾਹਰ ਖੜਾ ਦੇਖ ਕੇ ਬੇਚੈਨ ਰਹਿੰਦੇ ਹਨ। ਉਸ ਦੀ ਪਤਨੀ ਬੇਚੈਨ ਹੋਈ ਰਿਕਸ਼ੇ ਵਾਲੇ ਨੂੰ ਵੱਧ ਪੈਸੇ ਦੇ ਕੇ ਤੋਰਨਾ ਚਾਹੁੰਦੀ ਹੈ, ਪਰ ਹਰ ਰੋਜ਼ ਸਿਗਰਟਾਂ ਉੱਤੇ 2.5-3 ਰੁਪਏ ਖਰਚਣ ਵਾਲਾ, ਫੋਕਾ ਅਭਿਮਾਨ ਰੱਖਣ ਵਾਲਾ, ਬਾਹਰੋਂ ਦਲੇਰ ਪਰ ਅੰਦਰੋਂ ਡਰਪੋਕ, ਝੂਠ ਤੇ ਚਲਾਕੀ ਤੋਂ ਕੰਮ ਲੈਣ ਵਾਲਾ ਮਾੜਾ ਬੰਦਾ ਉਸਦਾ ਪਤੀ ਨਹੀਂ ਮੰਨਦਾ। ਇਸੇ ਤਰ੍ਹਾਂ ਪਤੀ ਦੇ ਦਾਬੇ ਹੇਠ ਰਹਿਣ ਵਾਲੀ, ਯਾਨੀ ਕਿ ਉਹਦੇ ਦਬਕੇ ਦੇ ਹੇਠ ਰਹਿਣ ਵਾਲੀ, ਘਬਰਾ ਜਾਣ ਵਾਲੀ, ਧਰਮ ਪੋਥੀ ਦਾ ਸਹਾਰਾ ਲੈਣ ਵਾਲੀ ਪਤਨੀ ਦੀ ਪਤੀ ਸਾਹਮਣੇ ਇੱਕ ਨਹੀਂ ਚਲਦੀ। ਜਦੋਂ ਰਿਕਸ਼ੇ ਵਾਲਾ ਚਲਾ ਜਾਂਦਾ ਹੈ ਤਾਂ ਦੋਹਾਂ ਦੀ ਜਾਨ ਵਿੱਚ ਜਾਨ ਆਉਂਦੀ ਹੈ। ਪਤਨੀ ਧਰਮ ਪੋਥੀ ਇੱਕ ਪਾਸੇ ਰੱਖ ਦਿੰਦੀ ਹੈ, ਪਤੀ ਰਾਤ ਨੂੰ ਫਿਲਮ ਵੇਖਣ ਦੀ ਸਲਾਹ ਦਿੰਦਾ ਹੈ, ਪਰ ਪਤਨੀ ਰਿਕਸ਼ਾ ਵਾਲੇ ਦੇ ਪੈਸੇ ਪਿੰਗਲਵਾੜੇ ਤੇ ਮੰਗਤੇ ਨੂੰ ਦਾਨ ਵਿੱਚ ਦੇਣਾ ਚਾਹੁੰਦੀ ਹੈ। ਦੂਜੇ ਪਾਸੇ ਰਿਕਸ਼ਾ ਵਾਲਾ ਤੈਅ ਕੀਤੇ ਪੈਸਿਆਂ ਤੋਂ ਮੁੱਕਰ ਜਾਂਦਾ ਹੈ। ਉਹ ਬੇਅਕਲ ਵੀ ਹੈ ਤੇ ਝੂਠੇ ਸਵੈਮਾਨ ਨੂੰ ਪਾਲ ਕੇ ਉਸ ਆਪਣੇ ਪੈਸੇ 'ਤੇ ਸਮਾਂ ਖਰਾਬ ਕਰਦਾ ਹੈ। ਇਸ ਤਰ੍ਹਾਂ ਉਹ ਵੀ ਮਾੜਾ ਬੰਦਾ ਹੈ। ਇਸ ਪ੍ਰਕਾਰ ਕਹਾਣੀਕਾਰ ਨੇ ਸਾਡੇ ਸਮਾਜ, ਖਾਸ ਕਰ ਮੱਧ ਸ਼੍ਰੇਣੀ ਦੇ ਪਾਤਰਾਂ ਦੇ ਮਾੜੇ ਕਿਰਦਾਰ ਨੂੰ ਪੇਸ਼ ਕੀਤਾ ਹੈ, ਜਿਨ੍ਹਾਂ ਅਨੁਸਾਰ ਉਹ
ਚੇਤਨ ਹੋ ਕੇ ਘੱਟ ਪਰ ਸੁਭਾਵਿਕ ਰੂਪ ਵਿੱਚ ਮਾੜਾ ਵਿਹਾਰ ਕਰਦੇ ਹਨ। ਕਹਾਣੀ ਦਾ ਇਹ ਵਿਸ਼ਾ ਯਥਾਰਥਕ, ਮਨੋਵਿਗਿਆਨਿਕ ਅਤੇ ਵਿਅੰਗਾਤਮਕ ਹੈ। ਵਿਅੰਗਾਤਮਕ ਹੁੰਦਾ ਹਾਸੇ ਮਜ਼ਾਕ ਵਾਲਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਦੇ ਮੁੱਖ ਪਾਤਰ ਮੈਂ ਪਾਤਰ ਦਾ ਚਰਿੱਤਰ ਚਿਤਰਨ ਕਰੋ। ਇਸ ਵਿੱਚ ਕਹਾਣੀਕਾਰ ਯਾਨੀ ਕਿ ਜਿਹੜਾ ਮੈਂ ਪਾਤਰ ਹੈ, ਮਾੜਾ ਬੰਦਾ ਕਹਾਣੀ ਦਾ ਮੁੱਖ ਪਾਤਰ ਸ਼ਹਿਰੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਹੈ। ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਘਰ ਵਿੱਚ ਰਹਿੰਦਾ ਹੈ। ਉਹ ਹਰ ਰੋਜ਼ 2.5-3 ਰੁਪਇਆਂ ਦੀਆਂ ਸਿਗਰਟਾਂ ਫੂਕਦਾ ਹੈ। ਉਹ ਇੱਕਦਮ ਗੁੱਸੇ ਵਿੱਚ ਆ ਜਾਣ ਵਾਲਾ ਅਤੇ ਫੋਕਾ ਅਭਿਮਾਨ ਰੱਖਣ ਵਾਲਾ ਬੰਦਾ ਹੈ। ਇਸ ਅਭਿਮਾਨ ਕਰਕੇ ਹੀ ਉਹ ਰਿਕਸ਼ੇ ਨਾਲ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਗਰਮ ਹੋ ਜਾਂਦਾ ਹੈ, ਪਰ ਨਾਲ ਹੀ ਉਸ ਨੂੰ ਫੋਕੀ ਇੱਜ਼ਤ ਦਾ ਖਿਆਲ ਵੀ ਰਹਿੰਦਾ ਹੈ। ਉਹ ਆਪਣੀ ਪਤਨੀ ਸਾਹਮਣੇ ਵੀ ਫੋਕੀ ਦਲੇਰੀ ਜ਼ਾਹਰ ਕਰਦਾ ਹੈ। ਉਹ ਝੂਠ ਅਤੇ ਚਲਾਕੀ ਤੋਂ ਕੰਮ ਲੈ ਕੇ ਰਿਕਸ਼ਾ ਵਾਲੇ ਉੱਤੇ ਝੂਠਾ ਦੋਸ਼ ਲਾ ਕੇ ਉਸਦੀ ਪੁਲਿਸ ਨੂੰ ਰਿਪੋਰਟ ਦੇਣ ਦੀ ਧਮਕੀ ਦੇਣ ਦੀ ਤਿਆਰੀ ਕਰਦਾ ਹੈ। ਇਸ ਤਰ੍ਹਾਂ ਗਰੀਬਾਂ ਲਈ ਹਮਦਰਦੀ ਉਸਦੇ ਨੇੜੇ ਤੇੜੇ ਵੀ ਨਹੀਂ। ਉਹ ਆਪਣੇ ਆਪ ਨੂੰ ਬਾਹਰੋਂ ਤਾਂ ਦਲੇਰ ਜ਼ਾਹਰ ਕਰਦਾ ਹੈ, ਪਰ ਅੰਦਰੋਂ ਡਰਪੋਕ ਹੈ। ਉਹ ਬੇਸ਼ੱਕ ਆਪਣੀ ਸਮਝੌਤੇਬਾਜ਼ੀ ਦੀ ਰੁਚੀ ਨੂੰ ਪਸੰਦ ਨਹੀਂ ਕਰਦਾ। ਉਹ ਆਪਣੀ ਪਤਨੀ ਦੇ ਨਾਲ ਸਮਝੌਤਾ ਕਰ ਰਿਹਾ ਹੈ, ਉਸ ਰੁਚੀ ਨੂੰ ਪਸੰਦ ਨਹੀਂ ਕਰਦਾ, ਪਰ ਅੰਦਰੋਂ ਡਰਪੋਕ ਹੋਣ ਕਰਕੇ ਬਾਹਰ ਰਿਕਸ਼ੇ ਵਾਲੇ ਨੂੰ ਖੜਾ ਦੇਖ ਕੇ ਬੇਚੈਨ ਰਹਿੰਦਾ ਹੈ। ਇਸ ਪ੍ਰਕਾਰ ਕਹਾਣੀਕਾਰ ਨੇ ਉਸ ਨੂੰ ਵਿਅੰਗਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਚੌਥਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਦੇ ਮੁੱਖ ਪਾਤਰ ਕਹਾਣੀਕਾਰ ਦੀ ਪਤਨੀ ਦਾ ਚਰਿੱਤਰ ਚਿਤਰਨ ਕਰੋ। ਇਸ ਦਾ ਉੱਤਰ ਆਵੇਗਾ, ਮਾੜਾ ਬੰਦਾ ਕਹਾਣੀ ਦੇ ਮੁੱਖ ਪਾਤਰ ਕਹਾਣੀਕਾਰ ਦੀ ਪਤਨੀ ਮੱਧ ਸ਼੍ਰੇਣੀ ਦੀ ਇਸਤਰੀ ਹੈ। ਉਹ ਘਰ ਵਿੱਚ ਆਪਣੇ ਪਤੀ ਨਾਲ ਰਹਿੰਦੀ ਹੈ ਅਤੇ ਉਸ ਦਾ ਪੁੱਤਰ ਵੀ ਉਸ ਦੇ ਨਾਲ ਹੀ ਰਹਿੰਦਾ ਹੈ। ਉਹ ਪਤੀ ਦੇ ਦਾਬੇ ਹੇਠ ਰਹਿੰਦੀ ਹੈ। ਜਦੋਂ ਰਿਕਸ਼ੇ ਵਾਲਾ ਉਸਦੇ ਦਿੱਤੇ 2 ਰੁਪਏ ਵਗਾ ਕੇ ਮਾਰਦਾ ਹੈ ਤਾਂ ਆਵਾਜ਼ ਸੁਣ ਕੇ ਉਸਦਾ ਪਤੀ ਬਾਹਰ ਆ ਜਾਂਦਾ ਹੈ ਅਤੇ ਉਹ ਉਸ ਨਾਲ ਗਰਮ ਹੋ ਜਾਂਦਾ ਹੈ। ਜੇਕਰ ਉਹ ਬਾਹਰ ਨਾ ਨਿਕਲਦਾ ਤਾਂ ਸ਼ਾਇਦ ਇਹ ਉਸ ਨੂੰ 50 ਕੁ ਪੈਸੇ ਵੱਧ ਦੇ ਕੇ ਤੋਰ ਦਿੰਦੀ, ਪਰ ਪਤੀ ਦੇ ਵਿੱਚ ਆਉਣ ਕਰਕੇ ਉਹ ਅਜਿਹਾ ਨਾ ਕਰ ਸਕੀ। ਉਹ ਝਗੜਾ ਪਾਉਣ ਵਾਲੇ ਮਜ਼ਦੂਰ ਨੂੰ ਵੱਧ ਪੈਸੇ ਦੇ ਕੇ ਖਲਾਸੀ ਪਾਉਣ ਦੀ ਆਪਣੀ ਆਦਤ ਅਨੁਸਾਰ ਰਿਕਸ਼ੇ ਵਾਲੇ ਨੂੰ ਹੋਰ ਪੈਸੇ ਦੇ ਕੇ ਕੀ ਕਰਦੀ, ਉਸਨੂੰ ਤੋਂ ਖਲਾਸੀ ਲੈ ਲੈਂਦੀ, ਉਸਨੂੰ ਤੋਂ ਛੁਟਕਾਰਾ ਪਾ ਲੈਂਦੀ। ਉਹ ਅਜਿਹਾ ਨਹੀਂ ਕਰਦੀ ਅਤੇ ਉਸਦੇ ਦਾਬੇ ਦੇ ਅਧੀਨ ਰਹਿੰਦੀ ਹੈ। ਉਹ ਘਬਰਾ ਜਾਣ ਵਾਲੀ ਅਤੇ ਝਗੜੇ ਤੋਂ ਬਚ ਕੇ ਰਹਿਣਾ ਚਾਹੁੰਦੀ ਹੈ। ਉਹ ਬਾਹਰ ਰਿਕਸ਼ਾ ਵਾਲੇ ਨੂੰ ਖੜਾ ਦੇਖ ਕੇ ਉਸਨੂੰ ਵੱਧ ਪੈਸੇ ਦੇ ਕੇ ਤੋਰਨ ਲਈ ਪਤੀ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਦੀ ਹੈ। ਕਹਾਣੀਕਾਰ ਨੂੰ ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਜਾਪਦੀ ਹੈ। ਇਸ ਨਾਲ ਹੀ ਉਹ ਮਤਲਬ ਲਈ ਪੁੰਨ ਦਾਨ ਕਰਨ ਵਾਲੀ ਅਤੇ ਧਰਮ ਪੋਥੀ ਦਾ ਸਹਾਰਾ ਲੈਣ ਵਾਲੀ ਹੈ, ਪਰ ਰਿਕਸ਼ਾ ਵਾਲੇ ਦਾ ਡਰ ਦੂਰ ਹੁੰਦਿਆਂ ਹੀ ਉਹ ਧਰਮ ਪੋਥੀ ਇੱਕ ਪਾਸੇ ਰੱਖ ਦਿੰਦੀ ਹੈ। ਫਿਰ 3 ਰੁਪਏ ਪਿੰਗਲਵਾੜੇ ਨੂੰ ਦਾਨ ਦੇਣ ਦੀ ਗੱਲ ਕਰਦੀ ਹੈ। ਇਸ ਤਰ੍ਹਾਂ ਉਹ ਆਪਣੇ ਪਤੀ ਵਾਂਗ ਹੀ ਵਿਅੰਗਾਤਮਕ ਅਤੇ ਮਾੜਾ ਪਾਤਰ ਹੈ। ਅਗਲਾ ਪ੍ਰਸ਼ਨ ਹੈ, ਰਿਕਸ਼ਾ ਵਾਲੇ ਦਾ ਚਰਿੱਤਰ ਚਿਤਰਨ ਕਰੋ। ਇਸ ਦਾ ਉੱਤਰ ਆਵੇਗਾ, ਰਿਕਸ਼ਾ ਵਾਲਾ ਮਾੜਾ ਬੰਦਾ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਕਹਾਣੀਕਾਰ ਉਸ ਦਾ ਰੇਖਾ ਚਿੱਤਰ ਖਿੱਚਦਾ ਹੋਇਆ ਲਿਖਦਾ ਹੈ ਕਿ ਕੁੱਬੀ ਹੋਈ ਉਹਦੀ ਪਿੱਠ ਅਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਬੁਸ਼ਰਟ ਅਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਅਤੇ ਸਿਰ 'ਤੇ ਵਾਲ ਮੈਲੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਇਹ ਦਿਲ ਖਰਾਬ ਹੁੰਦਾ ਸੀ। ਕਹਾਣੀਕਾਰ ਕਹਿੰਦਾ ਹੈ ਕਿ ਸ਼ਕਲ ਤੋਂ ਉਹ ਚੋਰ ਅਤੇ ਕਾਤਲ ਜਾਪਦਾ ਸੀ। ਉਂਝ ਉਹ ਕਿਰਾਇਆ ਤੈਅ ਕਰਕੇ ਮੁੱਕਰ ਜਾਣ ਵਾਲਾ, ਬੇਅਕਲ ਅਤੇ ਝੂਠੇ ਸਵੈਮਾਨ ਵਾਲਾ ਹੈ, ਜਿਸ ਕਰਕੇ ਉਹ 1 ਰੁਪਏ ਪਿੱਛੇ ਕੀ ਕਰਦਾ, 2 ਰੁਪਏ ਵੀ ਗਵਾਉਂਦਾ ਹੈ ਅਤੇ ਸਮਾਂ ਵੀ ਖਰਾਬ ਕਰਦਾ ਹੈ। ਉਂਝ ਉਹ ਹੀਨਤਾ ਭਾਵ ਦਾ ਸ਼ਿਕਾਰ ਹੈ। ਨਾਲ ਹੀ ਉਹ ਝੂਠਾ, ਸਮੇਂ ਅਤੇ ਪੈਸਿਆਂ ਦੀ ਕਦਰ ਨਾ ਕਰਨ ਵਾਲਾ ਹੋਣ ਕਰਕੇ ਮਾੜਾ ਬੰਦਾ ਹੈ। ਇਸ ਦਾ ਅਗਲਾ ਪ੍ਰਸ਼ਨ ਹੈ, ਛੋਟੇ ਹੁਣ ਆ ਗਏ ਹਨ ਸੰਖੇਪ ਉੱਤਰ ਵਾਲੇ ਪ੍ਰਸ਼ਨ। ਇਸ ਦਾ ਪਹਿਲਾ ਪ੍ਰਸ਼ਨ ਹੈ, ਉਹ ਉੱਥੇ ਹੀ ਖੜਾ ਸੀ। ਕਹਾਣੀ ਦੇ ਪਹਿਲੇ ਵਾਕ ਵਿੱਚ ਵਿਚਲਾ ਉਹ ਕੌਣ ਹੈ ਅਤੇ ਉਹ ਕਿੱਥੇ ਕਿਉਂ ਖੜਾ ਸੀ? ਇਸ ਦਾ ਉੱਤਰ ਆਵੇਗਾ, ਕਹਾਣੀ ਦੇ ਪਹਿਲੇ ਵਾਕ ਵਿੱਚ ਉਹ ਰਿਕਸ਼ਾ ਵਾਲਾ ਹੈ।
ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਤੋਂ 2 ਰੁਪਏ ਤੈਅ ਕਰਕੇ ਉਸ ਦੇ ਘਰ ਰਿਕਸ਼ੇ ਵਿੱਚ ਬੈਠ ਕੇ ਆਈ ਸੀ। ਪਰ ਘਰ ਪਹੁੰਚ ਕੇ ਰਿਕਸ਼ਾ ਵਾਲੇ ਨੇ ਘਰ ਦੂਰ ਤੇ ਸੜਕ ਟੁੱਟੀ ਹੋਈ ਹੋਣ ਦਾ ਬਹਾਨਾ ਬਣਾ ਕੇ ਉਸ ਤੋਂ 3 ਰੁਪਏ ਮੰਗੇ। ਜਦੋਂ ਕਹਾਣੀਕਾਰ ਦੀ ਪਤਨੀ ਨੇ ਉਸ ਨੂੰ 2 ਰੁਪਏ ਹੀ ਦਿੱਤੇ ਤਾਂ ਉਸ ਨੇ ਵਗਾ ਕੇ ਸੁੱਟ ਦਿੱਤੇ। ਜਦੋਂ ਆਵਾਜ਼ ਸੁਣ ਕੇ ਕਹਾਣੀਕਾਰ ਬਾਹਰ ਨਿਕਲਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਹ ਕਮੀਨਾ ਆ ਕੇ ਉਸ ਨੂੰ ਮਾਰਨ ਲੱਗਾ। ਮੈਂ ਗਰੀਬ ਹਾਂ ਨਾ, ਮੈਂ ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ ਤੁਰ ਪਿਆ। ਪਰੰਤੂ ਕੁਝ ਦੇਰ ਮਗਰੋਂ ਕਹਾਣੀਕਾਰ ਨੇ ਦੇਖਿਆ ਤਾਂ ਉਹ ਉੱਥੇ ਹੀ ਖੜਾ ਸੀ ਤੇ ਉਸ ਨੂੰ ਦੇਖ ਕੇ ਕਹਾਣੀਕਾਰ ਦੀ ਪਤਨੀ ਡਰ ਕਾਰਨ ਬੇਚੈਨ ਹੋ ਰਹੀ ਸੀ। ਪਰੰਤੂ ਕਹਾਣੀਕਾਰ ਗੁੱਸੇ ਤੇ ਬੇਚੈਨੀ ਵਿੱਚ ਸੀ। ਅਗਲਾ ਦੂਜਾ ਪ੍ਰਸ਼ਨ ਹੈ, ਰਿਕਸ਼ੇ ਵਾਲੇ ਦੀ ਦਿੱਖ ਅਤੇ ਉਸ ਤੋਂ ਉਤਪੰਨ ਹੋਣ ਵਾਲੇ ਪ੍ਰਭਾਵ ਬਾਰੇ ਉੱਤਮ ਪੁਰਖੀ ਪਾਤਰ ਮੈਂ ਪਾਤਰ ਕਹਾਣੀਕਾਰ ਕੀ ਸੋਚਦਾ ਹੈ, ਜਾਂ ਰਿਕਸ਼ਾ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਰਿਕਸ਼ਾ ਵਾਲੇ ਦੀ ਭੈੜੀ ਬੁਸ਼ਰਟ ਉੱਤੇ ਪਿੱਠ ਵਾਲੀ ਥਾਂ 'ਤੇ ਸੱਜੇ ਮੋਢੇ ਦੀ ਹੱਡੀ ਤੱਕ ਹੋਰ ਹੀ ਰੰਗ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਉਸ ਨੂੰ ਦੇਖ ਕੇ ਦਿਲ ਵੀ ਖਰਾਬ ਹੁੰਦਾ ਸੀ। ਜੇ ਉਸ ਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਛਾਪੀ ਜਾਵੇ ਤਾਂ ਹੇਠਾਂ ਲਿਖ ਦਿੱਤਾ ਜਾਵੇ ਕਿ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਸ ਦੀ ਪਤਨੀ ਅਤੇ ਇਕਲੌਤੇ ਪੁੱਤਰ ਨੂੰ ਕੀ ਕਰਕੇ ਹੈ ਕਰਨ ਪਿੱਛੋਂ ਸਾਰੇ ਗਹਿਣੇ ਲੈ ਕੇ ਭੱਜ ਗਿਆ ਹੈ, ਯਾਨੀ ਕਿ ਉਹਨਾਂ ਨੂੰ ਮਾਰ ਕੇ ਉਹ ਭੱਜ ਗਿਆ ਹੈ। ਤਾਂ ਸਾਰੇ ਲੋਕ ਸੱਚ ਮੰਨ ਲੈਣਗੇ। ਉਸ ਦੀਆਂ ਭੁੱਖੀਆਂ ਤੇ ਕਮੀਨੀਆਂ ਨਜ਼ਰਾਂ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਸ ਤਰ੍ਹਾਂ ਕੁਝ ਵੇਖਿਆ ਹੀ ਨਹੀਂ ਹੁੰਦਾ। ਤੀਜਾ ਪ੍ਰਸ਼ਨ ਹੈ ਕਿ ਰਿਕਸ਼ੇ ਵਾਲਾ ਤੁਹਾਨੂੰ ਵੀ ਮਾੜਾ ਬੰਦਾ ਲੱਗਦਾ ਹੈ, ਹਾਂ ਜਾਂ ਨਾ ਦੇ ਹੱਕ ਦੇ ਵਿੱਚ ਦਲੀਲਾਂ ਦਿਓ। ਇਸ ਦਾ ਉੱਤਰ ਆਵੇਗਾ, ਰਿਕਸ਼ੇ ਵਾਲਾ ਇਸ ਕਰਕੇ ਮਾੜਾ ਬੰਦਾ ਹੈ ਕਿਉਂਕਿ ਉਹ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਣ ਲਈ ਨਿਮਰਤਾ ਜਾਂ ਮਿੰਨਤ ਦੀ ਥਾਂ ਕੀ ਕਰਦਾ ਹੈ, ਕ੍ਰੋਧ ਕਰਦਾ ਹੈ ਅਤੇ ਜਿੱਦ ਤੋਂ ਕੰਮ ਲੈਂਦਾ ਹੈ। ਪਰ ਉਹ ਇਸ ਕਰਕੇ ਮਾੜਾ ਬੰਦਾ ਵੀ ਨਹੀਂ ਕਿਉਂਕਿ ਉਹ ਆਪਣੇ ਹੱਕ ਲਈ ਹੋਰ ਤੇ ਰੰਜ ਦਾ ਦਿਖਾਵਾ ਕਰਦਾ ਹੈ, ਯਾਨੀ ਕਿ ਰੋਹ ਤੇ ਰੰਜ ਦਾ ਦਿਖਾਵਾ ਕਰਦਾ ਹੈ ਤੇ ਆਪਣੇ ਸਵੈਮਾਨ ਨੂੰ ਕਾਇਮ ਰੱਖਦਿਆਂ ਕਹਾਣੀਕਾਰ ਦੇ ਘਰ ਵੱਲ ਵੇਖਦਾ ਵੀ ਨਹੀਂ। ਹੁਣ ਹਨ ਛੋਟੇ ਉੱਤਰ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਕਹਾਣੀਕਾਰ ਇਸ ਨੂੰ ਕਿਸ ਲਈ ਚਿੱਠੀ ਲਿਖ ਰਿਹਾ ਸੀ? ਕਹਾਣੀਕਾਰ ਕਿਸ ਨੂੰ ਕਿਸ ਲਈ ਚਿੱਠੀ ਲਿਖ ਰਿਹਾ ਸੀ? ਇਸ ਦਾ ਉੱਤਰ ਆਵੇਗਾ, ਕਹਾਣੀਕਾਰ ਆਪਣੀ ਭੂਆ ਦੇ ਪੁੱਤਰ ਭਰਾ ਜੋ ਕਿ ਜੰਗਲਾਤ ਅਫਸਰ ਸੀ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖ ਰਿਹਾ ਸੀ। ਪਰ ਸਾਈਜ਼ ਤੇ ਡਿਜ਼ਾਈਨ ਲਿਖਣ ਵਾਲੇ ਬਾਹਰ ਰਿਕਸ਼ਾ ਵਾਲੇ ਨੂੰ ਖੜਾ ਦੇਖ ਕੇ ਗੱਲ ਉਲਝ ਗਈ ਸੀ। ਦੂਜਾ ਪ੍ਰਸ਼ਨ ਹੈ, ਕਹਾਣੀਕਾਰ ਰਿਕਸ਼ਾ ਵਾਲੇ ਬੰਦੇ ਉੱਤੇ ਹੱਥ ਚੁੱਕਣ ਤੋਂ ਕਿਉਂ ਰੁਕ ਗਿਆ ਸੀ? ਇਸ ਦਾ ਉੱਤਰ ਹੈ, ਕਹਾਣੀਕਾਰ ਦੀ ਪਤਨੀ ਨੇ ਉਸ ਨੂੰ ਰਿਕਸ਼ਾ ਵਾਲੇ ਉੱਤੇ ਹੱਥ ਚੁੱਕਣ ਤੋਂ ਇਸ ਕਰਕੇ ਰੋਕ ਦਿੱਤਾ ਸੀ ਕਿ ਇਸ ਨਾਲ ਉਹਨਾਂ ਦੀ ਉਸ ਮਾੜੇ ਬੰਦੇ ਨਾਲ ਹੱਥੋਂ ਆਪਣੀ ਬਦਨਾਮੀ ਹੋਣ ਦਾ ਡਰ ਸੀ, ਕਿਉਂਕਿ ਉਹ ਅੱਗੋਂ ਗਾਲ ਵੀ ਕੱਢ ਸਕਦਾ ਤੇ ਹੱਥ ਵੀ ਚੁੱਕ ਸਕਦਾ ਸੀ। ਇਸ ਨਾਲ ਉਹਨਾਂ ਨੂੰ ਆਪਣੀ ਸ਼ਰਾਫਤ ਮਿੱਟੀ ਹੋ ਜਾਣ ਦਾ ਡਰ ਸੀ। ਤੀਜਾ ਪ੍ਰਸ਼ਨ ਹੈ, ਜਦੋਂ ਕਹਾਣੀਕਾਰ ਰਿਕਸ਼ਾ ਵਾਲੇ ਨੂੰ ਮਾਰਨ ਲੱਗਾ ਤਾਂ ਉਸ ਨੇ ਅੱਗੋਂ ਕੀ ਕਿਹਾ? ਇਸ ਦਾ ਉੱਤਰ ਆਵੇਗਾ, ਉਸ ਨੇ ਅੱਗੋਂ ਕਿਹਾ ਕਿ ਉਹ ਗਰੀਬ ਤੇ ਮਾੜਾ ਬੰਦਾ ਹੈ, ਇਸ ਕਰਕੇ ਉਹ ਉਸ ਨੂੰ ਮਾਰਨ ਪਏ ਹਨ। ਚੌਥਾ ਪ੍ਰਸ਼ਨ ਹੈ, ਰਿਕਸ਼ਾ ਵਾਲੇ ਦੀ ਕਿਹੜੀ ਗੱਲ ਉੱਤੇ ਕਹਾਣੀਕਾਰ ਨੂੰ ਬਹੁਤ ਗੁੱਸਾ ਚੜ੍ਹਦਾ ਹੈ? ਕਹਾਣੀਕਾਰ ਨੇ ਜਦੋਂ ਰਿਕਸ਼ਾ ਵਾਲੇ ਨੂੰ ਆਪਣੀ ਪਤਨੀ ਦੁਆਰਾ ਫੜਾਏ ਰੁਪਏ ਬੁੜਬੁੜ ਕਰਦਿਆਂ ਵਗਾ ਕੇ ਮਾਰਦਿਆਂ ਦੇਖਿਆ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਉਸ ਦਾ ਦਿਲ ਕੀਤਾ ਸੀ ਕਿ ਉਹ ਉਸ ਨੂੰ ਵਾਲਾਂ ਤੋਂ ਫੜ ਕੇ ਹੇਠਾਂ ਸੁੱਟ ਲਵੇ ਤੇ ਉਸ ਦੀਆਂ ਕਾਨੀਆਂ ਵਰਗੀਆਂ ਬਾਹਾਂ ਨੂੰ ਮਰੋੜ ਸੁੱਟੇ। ਅਗਲਾ ਪ੍ਰਸ਼ਨ ਹੈ, ਲੇਖਕ ਦੇ ਰਿਕਸ਼ਾ ਵਾਲੇ ਬਾਰੇ ਕੀ ਵਿਚਾਰ ਹਨ ਅਤੇ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਇਸ ਦਾ ਉੱਤਰ ਹੈ, ਲੇਖਕ ਨੂੰ ਰਿਕਸ਼ਾ ਵਾਲਾ ਸ਼ਕਲ ਤੋਂ ਕਾਤਲ, ਕਮੀਨਾ ਤੇ ਲੁਟੇਰਾ ਜਾਪਦਾ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕੋਈ ਚੰਗਾ ਕੰਮ ਕਰਦਾ ਹੀ ਨਾ ਹੋਵੇ। ਉਸ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਤੋਂ ਉਸ ਦੀ ਮੰਗ ਅਨੁਸਾਰ ਪੈਸੇ ਨਾ ਮਿਲਣ ਕਰਕੇ ਉਹ ਉਹਨਾਂ ਨਾਲ ਕੁਝ ਬੁਰਾ ਕਰੇਗਾ। ਅਗਲਾ ਪ੍ਰਸ਼ਨ ਹੈ,
ਕਹਾਣੀਕਾਰ ਦੀ ਪਤਨੀ ਪਤੀ ਨੂੰ ਕਿਹੜੀਆਂ ਦਲੀਲਾਂ ਨਾਲ 3 ਰੁਪਏ ਰਿਕਸ਼ਾ ਵਾਲੇ ਨੂੰ ਦੇ ਕੇ ਤੋਰਨ ਦੀ ਗੱਲ ਕਹਿੰਦੀ ਹੈ? ਇਸ ਦਾ ਉੱਤਰ ਹੈ ਕਹਾਣੀਕਾਰ ਦੀ ਪਤਨੀ ਰਿਕਸ਼ਾ ਵਾਲੇ ਨੂੰ ਬਾਹਰ ਖੜਾ ਦੇਖ ਕੇ ਅੰਦਰੋਂ ਡਰਦੀ ਹੋਈ ਆਪਣੀ ਪਤੀ ਨੂੰ ਕਹਿੰਦੀ ਹੈ ਕਿ ਉਹ 3 ਰੁਪਏ ਉਸ ਨੂੰ ਜਿਹੜੇ ਉਹ ਮੰਗ ਰਿਹਾ ਹੈ ਦੇ ਕੇ ਉਸ ਤੋਂ ਕੀ ਕਰੇ, ਆਪਣਾ ਖਹਿੜਾ ਛੁਟਵਾਏ। ਉਹ ਜੋ ਮੰਗ ਰਿਹਾ ਹੈ ਉਹ ਦਿਓ, ਕਿਉਂਕਿ ਪੈਸੇ ਡਿੱਗ ਵੀ ਪੈਂਦੇ ਹਨ, ਬੱਚਿਆਂ ਉੱਤੇ ਵੀ ਖਰਚ ਹੁੰਦੇ ਹਨ, ਹੋ ਜਾਂਦੇ ਹਨ, ਅਤੇ ਕਿੰਨੇ ਪੈਸੇ ਉਹ ਐਵੇਂ ਹੀ ਰੋੜ ਦਿੰਦੇ ਹਨ। ਇਸ ਤਰ੍ਹਾਂ ਉਸ ਤੋਂ ਆਪਣੀ ਖਲਾਸੀ ਕਰਵਾਉਣਾ ਚਾਹੁੰਦੀ। ਇਹ ਸਾਰੀਆਂ ਉਹ ਦਲੀਲਾਂ ਉਸਨੂੰ ਦੇ ਕੇ ਆਪਣੇ ਘਰ ਵਾਲੇ ਨੂੰ ਕਹਿ ਰਹੀ ਸੀ ਕਿ ਉਸਨੂੰ ਰਿਕਸ਼ਾ ਵਾਲੇ ਨੂੰ ਪੈਸੇ ਦੇ ਦੇਵੇ। ਅਗਲਾ ਪ੍ਰਸ਼ਨ ਹੈ ਕਹਾਣੀਕਾਰ ਨੂੰ ਪਤਨੀ ਦੀ ਰਿਕਸ਼ਾ ਵਾਲੇ ਨੂੰ 3 ਰੁਪਏ ਦੇ ਕੇ ਤੋਰਨ ਦੀ ਗੱਲ ਕਿਉਂ ਠੀਕ ਲੱਗਦੀ ਹੈ? ਇਸ ਦਾ ਉੱਤਰ ਹੈ ਕਹਾਣੀਕਾਰ ਨੂੰ ਪਤਨੀ ਦੀ ਇਹ ਗੱਲ ਇਸ ਕਰਕੇ ਠੀਕ ਲੱਗਦੀ ਹੈ ਕਿਉਂਕਿ 3 ਰੁਪਏ ਉਹਨਾਂ ਦੇ ਘਰ ਵਿੱਚ ਮਾਮੂਲੀ ਗੱਲ ਸੀ। 2.5-3 ਰੁਪਇਆ ਦੀਆਂ ਤਾਂ ਉਹ ਸਿਗਰਟਾਂ ਹੀ ਪੀ ਛੱਡਦਾ ਸੀ। ਅਗਲਾ ਪ੍ਰਸ਼ਨ ਹੈ ਕਹਾਣੀਕਾਰ ਅਨੁਸਾਰ ਰਿਕਸ਼ਾ ਵਾਲੇ ਨੇ ਨਜਾਇਜ਼ ਢੰਗ ਨਾਲ 1 ਰੁਪਇਆ ਕਮਾਉਣ ਬਦਲੇ ਕੀ ਕੀਤਾ ਸੀ? ਇਸ ਦਾ ਉੱਤਰ ਹੈ ਕਹਾਣੀਕਾਰ ਅਨੁਸਾਰ ਰਿਕਸ਼ਾ ਵਾਲੇ ਨੇ ਨਜਾਇਜ਼ ਢੰਗ ਨਾਲ 1 ਰੁਪਇਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗੁਆ ਦਿੱਤੀ ਸੀ, ਨਾਲੇ 1 ਘੰਟਾ ਬਰਬਾਦ ਕਰ ਲਿਆ ਸੀ। ਇੰਨੇ ਸਮੇਂ ਵਿੱਚ ਉਹ 5 ਰੁਪਏ ਕਮਾ ਸਕਦਾ ਸੀ। 9ਵਾਂ ਪ੍ਰਸ਼ਨ ਹੈ ਕਹਾਣੀਕਾਰ ਦੀ ਪਤਨੀ ਦੀ ਕਿਸ ਆਦਤ 'ਤੇ ਖਿਝ ਆਈ? ਇਸ ਦਾ ਉੱਤਰ ਹੈ ਕਹਾਣੀਕਾਰ ਨੂੰ ਪਤਨੀ ਦੀ ਇਸ ਆਦਤ 'ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਉਸ ਨੂੰ ਵੱਧ ਪੈਸੇ ਦੇ ਕੇ ਕੀ ਕਰ ਲੈਣਾ ਚਾਹੀਦਾ ਹੈ, ਉਸ ਤੋਂ ਖਲਾਸੀ ਕਰਾ ਲੈਣੀ ਚਾਹੀਦੀ ਹੈ। ਕਹਾਣੀਕਾਰ ਕਹਿੰਦਾ ਹੈ ਕਿ ਉਹ ਇਸ ਗੱਲ ਨੂੰ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਹੈ, ਪਰ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਕੇ ਆਉਂਦਾ ਹੈ। ਪ੍ਰਸ਼ਨ 10ਵਾਂ ਪ੍ਰਸ਼ਨ ਹੈ ਰਿਕਸ਼ੇ ਵਾਲੇ ਦਾ ਡਰ ਖਤਮ ਹੋਣ 'ਤੇ ਕਹਾਣੀਕਾਰ ਦੀ ਪਤਨੀ ਨੇ ਕੀ ਕੀਤਾ? ਇਸ ਦਾ ਉੱਤਰ ਹੈ ਉਹ ਡਰ ਦੀ ਸਥਿਤੀ ਵਿੱਚ ਜਿਹੜੀ ਧਰਮ ਪੋਥੀ ਪੜ੍ਹ ਰਹੀ ਸੀ ਉਹ ਉਸਨੇ ਡਰ ਖਤਮ ਹੋਣ 'ਤੇ ਬਰਾਂਡੇ ਦੀ ਬੰਨੀ ਉੱਤੇ ਰੱਖ ਦਿੱਤੀ ਸੀ। ਅਗਲਾ ਪ੍ਰਸ਼ਨ ਹੈ ਰਿਕਸ਼ੇ ਵਾਲੇ ਨੂੰ 1 ਰੁਪਇਆ ਫਾਲਤੂ ਦੇਣ ਲਈ ਨਾ ਮੰਨਣ ਵਾਲੇ ਪਤੀ ਪਤਨੀ ਕਹਾਣੀ ਦੇ ਅੰਤ ਵਿੱਚ ਕੀ ਕਰਦੇ ਹਨ? ਇਸ ਦਾ ਉੱਤਰ ਆਵੇਗਾ ਕਹਾਣੀ ਦੇ ਅੰਤ ਵਿੱਚ ਕਹਾਣੀਕਾਰ ਰਿਕਸ਼ਾ ਵਾਲੇ ਤੋਂ ਬਚੇ 3 ਰੁਪਈਆਂ ਨਾਲ ਫਿਲਮ ਵੇਖਣ ਲਈ ਜਾਣ ਦੀ ਤਜਵੀਜ਼ ਰੱਖਦਾ ਹੈ, ਪਰੰਤੂ ਉਸ ਦੀ ਪਤਨੀ ਇਹ 3 ਰੁਪਏ ਪਿੰਗਲਵਾੜੇ ਦੇਣ ਦੀ ਗੱਲ ਕਰਦੀ ਹੈ ਅਤੇ ਜਿਹੜੇ ਉਹ ਫਾਲਤੂ 50 ਪੈਸੇ ਰਿਕਸ਼ਾ ਵਾਲੇ ਨੂੰ ਦੇ ਕੇ ਗੱਲ ਮੁਕਾਉਣਾ ਚਾਹੁੰਦੀ ਸੀ, ਉਸ ਗੱਲ ਨੂੰ ਖਤਮ ਕਰਨਾ ਚਾਹੁੰਦੀ ਸੀ, ਉਹ ਮੰਗਤੇ ਦੀ ਤਲੀ ਉੱਤੇ ਰੱਖਣ ਦੀ ਗੱਲ ਕਰਦੀ ਹੈ। ਅਗਲਾ ਪ੍ਰਸ਼ਨ ਹੈ ਰਿਕਸ਼ਾ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਇਆਂ ਦੇ ਬੋਝ ਤੋਂ ਮੁਕਤ ਹੋਣ ਲਈ ਪਤੀ ਪਤਨੀ ਕੀ ਤਰਕੀਬ ਸੋਚਦੇ ਹਨ? ਇਸ ਦਾ ਉੱਤਰ ਹੈ ਪਤਨੀ ਕਹਿੰਦੀ ਹੈ ਕਿ ਉਹ ਰਿਕਸ਼ਾ ਵਾਲੇ ਨੂੰ ਨਾ ਦਿੱਤੇ ਜਾ ਸਕਣ ਵਾਲੇ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ। ਜਦੋਂ ਪਤੀ ਪੁੱਛਦਾ ਹੈ ਕਿ ਜਿਹੜੇ 50 ਪੈਸੇ ਉਸਨੇ ਰਿਕਸ਼ਾ ਵਾਲੇ ਨੂੰ ਵੱਧ ਦੇਣੇ ਸਨ ਉਹਨਾਂ ਦਾ ਕੀ ਕਰੇਗੀ? ਪਤਨੀ ਉੱਤਰ ਦਿੰਦੀ ਹੈ ਕਿ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਉੱਤੇ ਧਰ ਦੇਣਗੇ। 13ਵਾਂ ਪ੍ਰਸ਼ਨ ਹੈ ਲੇਖਕ ਦੇ ਰਿਕਸ਼ਾ ਵਾਲੇ ਬਾਰੇ ਕੀ ਵਿਚਾਰ ਹਨ? ਉਸ ਦੇ ਵਿਚਾਰ ਇਹ ਹਨ ਕਿ ਰਿਕਸ਼ਾ ਵਾਲਾ ਜਿਹੜਾ ਸੀ ਉਹ ਕੀ ਰਿਕਸ਼ਾ ਵਾਲੇ ਨੂੰ ਠੱਗ, ਝਗੜਾਲੂ ਅਤੇ ਮਾੜਾ ਬੰਦਾ ਸਮਝਦਾ ਹੈ। ਹੁਣ ਆ ਗਏ ਹਨ ਬਹੁ ਵਿਕਲਪੀ ਅਤੇ ਸੰਖੇਪਾਤਮਕ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਮਾੜਾ ਬੰਦਾ ਕਹਾਣੀ ਕਿਸ ਲੇਖਕ ਦੀ ਰਚਨਾ ਹੈ? ਇਸ ਦਾ ਉੱਤਰ ਆਵੇਗਾ ਪ੍ਰੇਮ ਪ੍ਰਕਾਸ਼ ਜੀ। ਦੂਜਾ ਪ੍ਰਸ਼ਨ ਹੈ ਤੁਹਾਡੀ ਪਾਠ ਪੁਸਤਕ ਵਿੱਚ ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਦਰਜ ਹੈ? ਇਸ ਦਾ ਨਾਂ ਹੈ ਮਾੜਾ ਬੰਦਾ। ਪ੍ਰਸ਼ਨ ਮਾੜਾ ਬੰਦਾ ਕਹਾਣੀ ਦਾ ਪਾਤਰ ਕਿਹੜਾ ਹੈ? ਇਸ ਦਾ ਉੱਤਰ ਹੈ ਕਹਾਣੀਕਾਰ, ਲੇਖਕ, ਪਤਨੀ, ਵੱਡਾ ਮੁੰਡਾ, ਰਿਕਸ਼ੇ ਵਾਲਾ। ਇਹ ਸਾਰੇ ਜਿਹੜੇ ਹਨ ਇਸ ਕਹਾਣੀ ਦੇ ਪਾਤਰ ਹਨ। ਚੌਥਾ ਪ੍ਰਸ਼ਨ ਹੈ ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? ਇਸ ਦਾ ਉੱਤਰ ਆਵੇਗਾ ਰਿਕਸ਼ਾ ਵਾਲਾ। ਪ੍ਰਸ਼ਨ ਪੰਜਵਾਂ ਰਿਕਸ਼ੇ ਵਾਲਾ ਸ਼ਕਲ ਤੋਂ ਕਿਹੋ ਜਿਹਾ ਜਾਪਦਾ ਸੀ? ਉਹ ਸ਼ਕਲ ਤੋਂ ਕਾਤਲ ਤੇ ਚੋਰ ਜਾਪਦਾ ਸੀ। ਪ੍ਰਸ਼ਨ 6 ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ ਲੇਖਕ ਮੇਜ਼ ਉੱਤੇ ਬਹਿ ਕੇ ਕੀ ਲਿਖ ਰਿਹਾ ਸੀ? ਇਸ ਦਾ ਉੱਤਰ ਹੈ ਉਹ ਚਿੱਠੀ ਲਿਖ ਰਿਹਾ ਸੀ। ਮਾੜਾ ਬੰਦਾ ਕਹਾਣੀ ਵਿੱਚ ਕੌਣ ਬਹੁਤਾ ਬੇਚੈਨ ਹੈ?
ਇਸ ਦਾ ਉੱਤਰ ਆਵੇਗਾ ਪਤਨੀ। ਮਾੜਾ ਬੰਦਾ ਕਹਾਣੀ ਵਿੱਚ ਕਿਹੜਾ ਪਾਤਰ ਬੇਚੈਨ ਤਾਂ ਹੈ ਪਰ ਜ਼ਾਹਰ ਨਹੀਂ ਕਰਦਾ? ਇਸ ਦਾ ਉੱਤਰ ਹੈ ਕਹਾਣੀਕਾਰ, ਯਾਨੀ ਕਿ ਉਸ ਦਾ ਪਤੀ। ਪ੍ਰਸ਼ਨ 9, ਕਹਾਣੀਕਾਰ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਇਸ ਦਾ ਉੱਤਰ ਹੈ ਭੂਆ ਦੇ ਪੁੱਤਰ ਭਰਾ ਨੂੰ, ਯਾਨੀ ਕਿ ਆਪਣੇ ਕਜ਼ਨ ਨੂੰ। 10ਵਾਂ ਪ੍ਰਸ਼ਨ ਹੈ, ਕਹਾਣੀਕਾਰ ਲੇਖਕ ਰਿਕਸ਼ਾ ਵਾਲੇ ਉੱਤੇ ਹੱਥ ਚੁੱਕਣ ਤੋਂ ਕਿਉਂ ਰੁਕ ਗਿਆ ਹੈ? ਉਹ ਇਸ ਲਈ ਉਸ ਦੇ ਉੱਤੇ ਹੱਥ ਨਹੀਂ ਚੁੱਕਦਾ, ਉਸ ਨੂੰ ਡਰ ਲੱਗਦਾ ਹੈ ਕਿ ਕਿਤੇ ਉਹ ਉਸ ਨੂੰ ਗਾਲਾਂ ਨਾ ਕੱਢ ਦੇਵੇ। ਉਹ ਆਪਣੇ ਅਪਮਾਨ ਤੋਂ ਡਰ ਕੇ ਉਸ ਦੇ ਉੱਤੇ ਹੱਥ ਨਹੀਂ ਚੁੱਕਦਾ। ਬੱਚਿਓ, ਇਹ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ।